नमस्कार, मैं सारा शर्मा सी पंजाब खबर यूट्यूब न्यूज़ चैनल विच तुहाडा स्वागत करदी हूं। दोस्तों, अज तो सी पंजाब खबर तुहाडे लई लैके आ रहा है एक खास मुलाकातां दी लड़ी, जिस विच असीं तुहानूं रूबरू करावांगे पंजाब दीयां खास शख्सियतां दे नाल अते जाणांगे उन्हां दी जिंदगी दे बारे। तां आओ लैके चलदे हां तुहानूं अज दी पहली मुलाकात पर। हाँ जी दोस्तों, सत श्री अकाल। मैं ਤੁਹਾਡਾ ਦੋਸਤ ਬੇਅੰਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੀ ਪੰਜਾਬ ਖਬਰ ਦੀ ਇੱਕ ਵਿਲੱਖਣ ਜੀ ਪੇਸ਼ਕਸ਼। ਸੋ ਇੱਕ ਵਾਰ ਫਿਰ ਅਸੀਂ ਪਹੁੰਚੇ ਹਾਂ ਪਿੰਡ ਮੱਤਾ, ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਜਿਸ ਫਨਕਾਰ ਨਾਲ ਮੈਂ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਿਹਾ, ਉਸ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਆਪਣੀ ਕਲਮ ਦਾ ਜਾਦੂ ਅਜਿਹਾ ਬਖੇੜਿਆ ਕਿ ਲੋਕਾਂ ਵਿੱਚ ਆਪਣੀ ਵਿਲੱਖਣ ਥਾਂ ਬਣਾ ਲਈ। ਕਲਮ ਦੇ ਹੁਨਰ ਨਾਲ ਕਵਿਤਾ ਅਤੇ ਨਜ਼ਮਾਂ ਦੇ ਜ਼ਬਾਨੀ ਉਸ ਨੇ ਅਜਿਹੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੱਤਾਂ ਨੂੰ ਛੂਹਿਆ ਜੋ ਕਿ ਸਾਡੇ ਸਮਾਜ ਲਈ ਸੇਧ ਬਣ ਗਏ। ਲੇਖਕ ਦੀ ਇਕਲੌਤੀ ਰਚਨਾ ਅੱਖਰਾਂ ਦੀ ਡਾਰ ਪਾਠਕਾਂ ਦੇ ਦਿਲਾਂ ਵਿੱਚ ਘਰ ਕਰ ਗਈ, ਜਿਸ ਨੂੰ ਕਿ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ। ਉਸ ਦੀਆਂ ਦੋ ਲਾਈਨਾਂ, ਨਜ਼ਮ ਜੇ ਮਹਿਬੂਬ ਦੇ ਕੇਸਾਂ ਦਾ ਗੁਣਗਾਨ ਹੋ ਸਕਦੀ ਹੈ ਤਾਂ ਮਾਂ ਦੇ ਉਲਝੇ ਸਫੇਦ ਵਾਲਾਂ ਦਾ ਤਜਰਬਾ ਵੀ ਹੋ ਸਕਦੀ ਹੈ। ਮੇਰੀ ਮੁਰਾਦ ਰਾਜਵੀਰ ਮੱਤਾ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਬੇਅੰਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੀ ਪੰਜਾਬ ਖਬਰ। ਤੇ ਅੱਜ ਸਾਡੇ ਨਾਲ ਨੇ ਬਹੁਤ ਹੀ ਵਧੀਆ ਲੇਖਕ ਰਾਜਵੀਰ ਸਿੰਘ ਜੀ ਮੱਤਾ। ਸੋ ਆਪ ਮਿਲਾਉਣੇ ਆ ਬਾਈ ਜੀ ਹੋਣਾ ਨਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਜੀ ਠੀਕ ਹੋ ਜੀ? ਬਹੁਤ ਵਧੀਆ ਬੇਅੰਤ, ਸਤਿ ਸ਼੍ਰੀ ਅਕਾਲ ਵੀਰ। ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਪੂਰੀ ਹੀ ਟੀਮ ਸੀ ਪੰਜਾਬ ਚੈਨਲ ਦਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਘਰ ਪਹੁੰਚ ਕੇ ਇਸ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ। ਸੋ ਬਹੁਤ ਬਹੁਤ ਧੰਨਵਾਦ, ਸਵਾਗਤ ਹੈ ਤੁਹਾਡਾ ਜੀ। ਤੇ ਬਾਈ ਜੀ, ਜਿੱਥੋਂ ਤੱਕ ਅਸੀਂ ਤੁਹਾਡੀ ਕਵਿਤਾਵਾਂ ਦੀ ਗੱਲ ਕਰਦੇ ਹਾਂ ਅੱਜ, ਅਤੇ ਤੁਹਾਡੀ ਅੱਜ ਅਸੀਂ ਮੁੱਢਲੀ ਸਿੱਖਿਆ ਦੀ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਮੇਰਾ ਜਿਹੜਾ ਸਵਾਲ ਆ ਉਹ ਇਹ ਆ ਕਿ ਤੁਹਾਡੀ ਜਿਹੜੀ ਮੁੱਢਲੀ ਸਿੱਖਿਆ ਕਿੱਥੋਂ ਤੁਸੀਂ ਲਈ? ਮੁੱਢਲੀ ਸਿੱਖਿਆ ਤੁਸੀਂ? ਹਾਂਜੀ, ਮੁੱਢਲੀ ਸਿੱਖਿਆ ਦੀ ਗੱਲ ਜਿੱਥੋਂ ਤੱਕ ਹੈ, ਮੈਂ 10ਵੀਂ ਅਤੇ +2 ਪਿੰਡ ਦੇ ਸਕੂਲ ਦੇ ਵਿੱਚੋਂ ਹੀ ਕੀਤੀ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ। ਉਸ ਤੋਂ ਬਾਅਦ BA ਮੇਰੀ SBS ਕਾਲਜ ਕੋਟਕਪੂਰਾ ਤੋਂ, ਔਰ ਉਸ ਤੋਂ ਬਾਅਦ MA ਪੰਜਾਬੀ ਮੈਂ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਹੋਈ ਹੈ। ਅਤੇ ਇਸ ਦੇ ਬਾਵਜੂਦ ਮੇਰੀ B.Ed ਕੀਤੀ ਹੋਈ ਹੈ, ਜੋ ਕਿ ਸ੍ਰੀ ਮੁਕਤਸਰ ਸਾਹਿਬ ਮੁਕਤੀਸਰ ਕਾਲਜ ਦੇ ਵਿੱਚੋਂ ਕੀਤੀ ਹੈ। ਤੋ ਟੈਟ ਕਲੀਅਰ ਹੈ ਮੇਰਾ, ਬਸ ਇਹ ਮੇਰੀ ਐਜੂਕੇਸ਼ਨ ਹੈ। ਠੀਕ ਹੈ ਜੀ, ਵੈਰੀ ਗੁੱਡ। ਜਿੱਥੋਂ ਤੱਕ ਐਜੂਕੇਸ਼ਨ ਦੀ ਗੱਲ ਆ ਬਾਈ ਜੀ ਹੋਣਾ ਤਾਂ ਤੁਹਾਡੀ ਬਹੁਤ ਵਧੀਆ ਐਜੂਕੇਸ਼ਨ ਆ। ਅਤੇ ਬਾਈ ਜੇ ਅਸੀਂ ਗੱਲ ਕਵਿਤਾਵਾਂ ਦੀ ਕਰੀਏ ਜੀ, ਕਿਉਂਕਿ ਤੁਹਾਡਾ ਅਸੀਂ ਕਵਿਤਾਵਾਂ ਦੀ ਗੱਲ ਕਰ ਰਹੇ ਹਾਂ ਅੱਜ, ਕਿ ਤੁਹਾਡੀ ਜੋ ਰਾਈਟਿੰਗ ਆ ਕਵਿਤਾ ਲਿਖਣ ਦੀ, ਉਹ ਬਾਈ ਜੀ ਆਪਣਾ ਕਿਵੇਂ ਸ਼ੁਰੂ ਹੁੰਦੀ ਆ, ਕਦੋਂ ਸ਼ੁਰੂ ਹੁੰਦੀ ਆ, ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ ਜੀ। ਯਾਨੀ ਕਿ ਕਹਿਣ ਦਾ ਭਾਵ ਵੀ ਕਵਿਤਾ ਦਾ ਦੌਰ ਕਿਵੇਂ ਸ਼ੁਰੂ ਹੁੰਦਾ ਜਾਂ ਕਿਵੇਂ ਸਟਾਰਟ ਕਰਦੇ ਹਾਂ ਲਿਖਣੀ। ਤਾਂ ਜਿਹੜੀ ਕਵਿਤਾ ਲਿਖਣੀ ਮੈਂ ਸਟਾਰਟ ਕੀਤੀ ਹੈ, ਉਹ ਦਰਅਸਲ MA ਪੰਜਾਬੀ ਕਰਨ ਦੇ ਵੇਲੇ ਮੈਂ ਜਿਹੜੀ ਕਵਿਤਾ ਉਹ ਸ਼ੁਰੂ ਕੀਤੀ ਹੈ ਜੀ। ਉਸ ਤੋਂ ਪਹਿਲਾਂ ਕੋਈ ਕਵਿਤਾ ਬਾਰੇ ਇੰਨਾ ਖਿਆਲ ਨਾ ਤਾਂ ਕੋਈ ਨੌਲੇਜ ਹੀ ਸੀ। ਪੜ੍ਹੀਆਂ ਜ਼ਰੂਰ ਸੀਗੀਆਂ 10ਵੀਂ 12ਵੀਂ ਕਲਾਸ ਦੇ ਵਿੱਚ, ਚਲੋ ਜੋ ਵੀ ਰਾਈਟਰਾਂ ਦੀਆਂ ਕਵਿਤਾਵਾਂ ਲੱਗੀਆਂ ਹੁੰਦੀਆਂ ਉਹ ਸਿਲੇਬਸ ਦੇ ਅਕੋਰਡਿੰਗ ਰੀਡ ਕੀਤੀਆਂ, ਪਰ ਕੋਈ ਇੰਨਾ ਰੁਝਾਨ ਨਹੀਂ ਸੀਗਾ ਸਟਾਰਟ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਜਦੋਂ ਕਵਿਤਾ ਲਿਖਣੀ ਸਟਾਰਟ ਕੀਤੀ ਆ ਤਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰਜਿੰਦਰ ਜੱਸਲ ਜੀ ਕੋਟਕਪੂਰਾ ਦੇ ਵਿੱਚ, ਉਹਨਾਂ ਦੀ ਰਾਜੂ ਟੇਲਰ ਦੇ ਨਾਮ 'ਤੇ ਇੱਕ ਸ਼ੌਪ ਵੀ ਹੈ, ਚੱਲ ਰਹੀ ਹੈ। ਅਸਲ ਦੇ ਵਿੱਚ ਉਹਨਾਂ ਨੇ ਮੈਨੂੰ ਕਵਿਤਾ ਲਿਖਣ ਵੱਲ ਜਿਹੜਾ ਹੈਗਾ ਉਹ ਤੋਰਿਆ ਜੀ। ਤਾਂ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ 2-3 ਕਿਤਾਬਾਂ ਜਿਹੜੀਆਂ ਹੈਗੀਆਂ ਪੜ੍ਹਨ ਵਾਸਤੇ ਦਿੱਤੀਆਂ ਸੀ, ਕਿਉਂਕਿ ਜਦੋਂ ਮੈਂ ਉਹਨਾਂ ਕੋਲੇ ਅਕਸਰ ਹੀ ਜਾਂਦਾ ਰਹਿੰਦਾ ਸੀਗਾ। BA ਕਰਨ ਤੋਂ ਬਾਅਦ ਮੈਂ ਉਹਨਾਂ ਕੋਲੇ ਚਲਿਆ ਜਾਣਾ ਜੀ। ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਪੁੱਛ ਲਿਆ ਵੀ ਤੁਸੀਂ ਕੀ ਕਰਦੇ ਹੋ। ਤਾਂ ਉਸ ਵੇਲੇ ਮੈਂ MA ਪੰਜਾਬੀ ਸਟਾਰਟ ਕੀਤੀ ਹੋਈ ਸੀ। ਤਾਂ ਉਹਨਾਂ ਨੇ ਪੁੱਛਿਆ ਮੈਨੂੰ, ਮੈਂ ਉਹਨਾਂ ਨੂੰ ਦੱਸਤਾ ਵੀ ਇੱਦਾਂ ਕਰਕੇ ਮੈਂ MA ਪੰਜਾਬੀ ਕਰ ਰਿਹਾ ਜੀ। ਤਾਂ ਉਹਨਾਂ ਨੇ ਮੈਨੂੰ ਪੁੱਛ ਲਿਆ ਵੀ ਕੁਛ ਲਿਖਦੇ ਵੀ ਹੋਵੋਗੇ। ਮੈਂ ਉਹਨਾਂ ਨੂੰ ਜਵਾਬ ਦੇਤਾ ਵੀ ਮੈਨੂੰ ਨਹੀਂ ਜੀ, ਵੀ ਲਿਖਣ ਵਾਲੇ ਪਾਸੇ ਨਹੀਂ ਅਜੇ ਕੁਛ ਵੀ ਕਿਉਂਕਿ ਇਸ ਬਾਰੇ ਮੈਨੂੰ ਪਤਾ ਹੀ ਨਹੀਂ ਗਾ ਵੀ ਕੀ ਹੁੰਦਾ ਕੀ ਨਹੀਂ। ਤਾਂ ਉਹਨਾਂ ਨੇ ਮੈਨੂੰ ਆਪਣੇ ਕੋਲੋਂ ਕਿਤਾਬਾਂ ਦਿੱਤੀਆਂ। ਜਦੋਂ ਮੈਂ ਉਹ ਕਿਤਾਬਾਂ ਰੀਡ ਕੀਤੀਆਂ ਤਾਂ ਕੁਛ ਨਾ ਕੁਛ ਮੇਰੇ ਅੰਦਰੋਂ ਜਾਗ ਗਿਆ, ਕਿਉਂਕਿ ਮੈਨੂੰ ਵੀ ਲੱਗਿਆ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਾਕਿਆ ਹੀ ਕਿਤੇ ਨਾ ਕਿਤੇ ਸਾਨੂੰ ਸਿਹਤ ਪੱਖੇ ਜਾਂ ਉਸਾਰੂ ਨਜ਼ਰੀਏ ਵੱਲ ਸਾਨੂੰ ਲੈ ਕੇ ਜਾਂਦੀਆਂ। ਤਾਂ ਮੈਂ ਉਹ ਕਿਤਾਬਾਂ ਰੀਡ ਕਰਨ ਤੋਂ ਬਾਅਦ ਫਿਰ ਇਸ ਸਫ਼ਰ 'ਤੇ ਤੁਰਨਾ ਸ਼ੁਰੂ ਕਰ ਦਿੱਤਾ। ਬਾਈ ਜੀ, ਇੱਦਾਂ ਦੀ ਪਹਿਲੀ ਕਵਿਤਾ ਜਿਹੜੀ ਤੁਸੀਂ ਲਿਖੀ ਹੋਵੇ ਜੀ, ਉਸ ਬਾਰੇ ਦੱਸੋ ਜੀ। ਸਭ ਤੋਂ ਪਹਿਲਾਂ
ਕਵਿਤਾ ਦਾ ਹੁਣ ਜੇ ਜ਼ਿਕਰ ਆਇਆ ਤਾਂ ਉਹ ਬਾਈ ਰਾਜੂ ਜੀ ਦਾ, ਰਜਿੰਦਰ ਜੱਸਲ ਜੀ ਦਾ ਜ਼ਿਕਰ ਜ਼ਰੂਰ ਆਊਗਾ, ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਕਵਿਤਾ ਮੈਂ ਲਿਖੀ ਸੀ ਉਹਦਾ ਟਾਈਟਲ ਸੀ ਮੈਂ ਤੇ ਮੌਸਮ। ਓਕੇ ਜੀ ਜੀ। ਉਹਨੂੰ ਤਕਰੀਬਨ ਮੇਰੇ ਪੂਰੀ ਤਾਂ ਨਹੀਂ ਯਾਦ ਉਹ, ਅਤੇ ਪਰ ਉਹਨਾਂ ਦਾ ਸਟਾਰਟ ਦੇ ਵਿੱਚ ਜਦੋਂ ਮੈਂ ਉਹ ਕਵਿਤਾ ਲਿਖੀ ਸੀ ਤਾਂ ਸਭ ਤੋਂ ਪਹਿਲਾਂ ਮੈਂ ਬਾਈ ਜੀ ਕੋਲ ਹੀ ਲੈ ਕੇ ਗਿਆ ਉਸ ਰਚਨਾ ਨੂੰ, ਕਿਉਂਕਿ ਇੱਕ ਛੋਟੀ ਜਿਹੀ ਰਚਨਾ ਸੀ। ਉਸ ਤੋਂ ਪਹਿਲਾਂ ਵੀ ਇੱਕ ਮੈਂ ਰਚਨਾ ਲਿਖੀ ਸੀ, ਉਹ ਮੇਰੇ ਧਿਆਨ 'ਚ ਆ ਗਿਆ ਕਿ ਉਸ ਤੋਂ ਪਹਿਲਾਂ ਵੀ ਮੈਂ ਇੱਕ ਰਚਨਾ ਲਿਖੀ। ਉਹ ਮੈਂ ਜਦੋਂ ਬਾਈ ਜੀ ਕੋਲ ਲੈ ਕੇ ਗਿਆ ਕਿਤਾਬਾਂ ਪੜ੍ਹਨ ਤੋਂ ਬਾਅਦ, ਤਾਂ ਮੈਂ ਬਾਈ ਜੀ ਨੂੰ ਦਿਖਾਇਆ, ਮੈਂ ਕਿਹਾ ਵੀ ਮੈਂ ਕੁਛ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਾ, ਜਿਵੇਂ ਤੁਸੀਂ ਕਹਿ ਰਹੇ ਸੀਗੇ। ਤਾਂ ਉਹ ਜਦੋਂ ਮੈਂ ਬਾਈ ਜੀ ਨੂੰ ਰਚਨਾ ਦਿਖਾਈ ਤਾਂ ਉਹਨਾਂ ਨੇ ਉੱਕਾ ਹੀ ਦੇਖ ਕੇ ਉਹਦੇ ਉੱਪਰ ਕ੍ਰੋਸ ਕਰਤਾ, ਕਾਂਟਾ ਮਾਰਤਾ, ਹਾਂ ਵੀ ਇਹ ਠੀਕ ਨਹੀਂ। ਮੈਨੂੰ ਆਂਦੇ ਵੀ ਤੁਕਬੰਦੀ ਜੀ ਕਰਕੇ ਤੂੰ ਲੈ ਆਇਆ। ਚਲੋ ਮੈਂ ਵੀ ਇੱਕ ਤਰ੍ਹਾਂ ਨਾਲ ਉਹ ਡੀਗ੍ਰੇਡ ਹੋਣ ਵਾਲੀ ਗੱਲ ਹੈ ਨਾ, ਮੈਂ ਉਹਨਾਂ ਨੂੰ ਕਹਿ ਤਾ, ਮੈਂ ਕਿਹਾ ਵੀ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਵੀ ਮੈਨੂੰ ਨਹੀਂ ਇਸ ਪਾਸੇ ਨਾ ਕੋਈ ਪਤਾ ਵਾ। ਤਾਂ ਮੈਨੂੰ ਉਹਨਾਂ ਨੇ ਫਿਰ ਵੀ ਚਲੋ ਮੈਨੂੰ ਹੱਲਾਸ਼ੇਰੀ ਜੀ ਦਿੱਤੀ, ਮੈਨੂੰ ਆਂਦੇ ਨਹੀਂ ਵੀ ਐਂ ਨਹੀਂ ਹੁੰਦਾ ਗਾ, ਵੀ ਚਲੋ ਜ਼ਰੂਰੀ ਨਹੀਂ ਗਾ ਵੀ ਤੁਸੀਂ ਜੇ ਕਿਤਾਬਾਂ ਪੜ੍ਹਦੇ ਆ ਤਾਂ ਤੁਸੀਂ ਲਿਖਣਾ ਵੀ ਜ਼ਰੂਰੀ ਹੈ ਨਾ, ਵੀ ਚਲੋ ਅਸੀਂ ਕਿਤਾਬਾਂ ਇਸ ਕਰਕੇ ਨਹੀਂ ਪੜ੍ਹਨੀਆਂ ਵੀ ਅਸੀਂ ਲਿਖਣਾ ਹੈ ਨਾ, ਵੀ ਚਲੋ ਸਮਾਜ ਦੇ ਉਸਾਰੂ ਪੱਖ ਨੂੰ ਦੇਖਣ ਵਾਸਤੇ ਵੀ ਕਿਤਾਬਾਂ ਪੜ੍ਹਨੀਆਂ ਜਿਹੜੀਆਂ ਉਹ ਜ਼ਰੂਰੀ ਹੈ। ਉਹ ਚਲੋ ਕਿਸੇ ਵੀ ਤਰ੍ਹਾਂ ਦੀਆਂ ਸਿਲੇਬਸ ਵਾਲੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ ਅਸੀਂ, ਉਸ ਤੋਂ ਐਕਸਟਰਾ ਵੀ ਤੁਸੀਂ ਜੇ ਸਮਾਜ ਦੇ ਵਿੱਚ ਵਿਚਰਨਾ ਜਾਂ ਅਸੀਂ ਲੋਕਾਂ ਦੇ ਵਿੱਚ ਵਿਚਰਨਾ ਤਾਂ ਸਾਨੂੰ ਕਿਤਾਬੀ ਗਿਆਨ ਹੈ ਉਹ ਜਿਹੜਾ ਹੋਣਾ ਜ਼ਰੂਰੀ ਹੈ। ਤਾਂ ਉਸ ਦੇ ਪੱਖ ਤੋਂ ਮੈਨੂੰ ਬਾਈ ਜੀ ਨੇ ਫਿਰ ਹੱਲਾਸ਼ੇਰੀ ਦਿੱਤੀ। ਚਲੋ ਮੈਂ 2 ਕੁ ਹਫ਼ਤਿਆਂ ਬਾਅਦ ਉਹਨਾਂ ਕੋਲ ਦੁਬਾਰਾ ਜਦੋਂ ਗਿਆ ਤਾਂ ਉਦੋਂ ਇਹ ਮੈਂ ਕਵਿਤਾ ਲਿਖ ਕੇ ਉਹਨਾਂ ਕੋਲ ਲੈ ਕੇ ਗਿਆ। ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ ਉਸ ਕਵਿਤਾ ਦੇ ਵਿੱਚ ਲਾਸਟ 'ਤੇ 2 ਲਾਈਨਾਂ ਜਿਹੜੀਆਂ ਹੈਗੀਆਂ ਉਹ ਚੇਂਜ ਕੀਤੀਆਂ ਸੀ। ਅਤੇ ਉਹ ਕਿਹੜੀ ਕਵਿਤਾ ਸੀ, ਉਹਦੀਆਂ 2 ਲਾਈਨਾਂ ਸਰ ਸਾਨੂੰ ਜ਼ਰੂਰ ਸੁਣਾਓ। ਉਹ ਕਵਿਤਾ ਸੀ, ਉਹ ਇੱਕ ਤਰ੍ਹਾਂ ਦੇ ਸ਼ੇਅਰ ਅਕੋਰਡਿੰਗ ਸੀਗੀ ਕਿ ਇਹ ਤੂਫਾਨ ਕੀ ਢਾਉਣਗੇ ਤੇਰਾ ਹੌਸਲਾ, ਤੂੰ ਪੱਥਰ ਜਿਹਾ ਤਕੜਾ ਜੇਰਾ ਤਾਂ ਕਰ। ਇਹ ਤੂਫਾਨ ਕੀ ਢਾਉਣਗੇ ਤੇਰਾ ਹੌਸਲਾ, ਤੂੰ ਪੱਥਰ ਜਿਹਾ ਤਕੜਾ ਜੇਰਾ ਤਾਂ ਕਰ। ਛੂ ਬੁਲੰਦੀ ਤੂੰ ਆਸਮਾਂ ਦੀ ਇਸ ਕਦਰ, ਛੂ ਬੁਲੰਦੀ ਆਸਮਾਂ ਦੀ ਤੂੰ ਇਸ ਕਦਰ। ਆਪਣੇ ਚਾਨਣ ਦਾ ਹਰ ਤਰਫ ਸਵੇਰਾ ਤਾਂ ਕਰ। ਪਾ ਲਵੇਂਗਾ ਤੂੰ ਮੰਜ਼ਲ ਸਹਾਰੇ ਬਿਨਾ, ਪਾ ਲਵੇਂਗਾ ਤੂੰ ਮੰਜ਼ਲ ਸਹਾਰੇ ਬਿਨਾ। ਪੁੱਟ ਕਦਮ ਸਫ਼ਰ ਤੈ ਲਮੇਰਾ ਤਾਂ ਕਰ। ਔਰ ਰੱਖੀ ਖਾਹਿਸ਼ ਹਵਾ ਦੇ ਜੇ ਸੰਗ ਹੋਣ ਦੀ, ਰੱਖੀ ਖਾਹਿਸ਼ ਹਵਾ ਦੇ ਜੇ ਸੰਗ ਹੋਣ ਦੀ। ਪੁੱਟ ਕਦਮ ਸਫ਼ਰ ਤੈ ਲਮੇਰਾ ਤਾਂ ਕਰ, ਪੁੱਟ ਕਦਮ ਸਫ਼ਰ ਤੈ ਲਮੇਰਾ ਤਾਂ ਕਰ। ਬਹੁਤ ਵਧੀਆ। ਅਤੇ ਬਾਈ ਜੀ ਜਿਹੜਾ ਤੁਹਾਡੀ ਕਵਿਤਾ ਲਿਖਣ ਦਾ ਜਿਹੜਾ ਢੰਗ ਆ ਉਹ ਕਿੱਦਾਂ ਕਿ ਛੰਦਬੰਦੀ ਤੁਸੀਂ ਜ਼ਿਆਦਾ ਯੂਜ਼ ਕਰਦੇ ਹੋ ਜਾਂ ਖੁੱਲ੍ਹੀ ਕਵਿਤਾ ਜ਼ਿਆਦਾ ਯੂਜ਼ ਕਰਦੇ ਹੋ? ਦਰਅਸਲ ਬੇਅੰਤ ਜੀ ਮੈਂ ਖੁੱਲ੍ਹੀ ਕਵਿਤਾ ਵੱਧ ਲਿਖਦਾ। ਖੁੱਲ੍ਹੀ ਕਵਿਤਾ ਜੀ, ਕਿਉਂਕਿ ਸਟਾਰਟ ਦੇ ਵਿੱਚ ਵੀ ਮੈਂ ਜਿੰਨੀਆਂ ਰਚਨਾਵਾਂ ਲਿਖੀਆਂ, ਜਾਂ ਜੇਕਰ ਤੁਸੀਂ ਕਿਤਾਬ ਦੀ ਗੱਲ ਕਰੋ ਤਾਂ ਕਿਤਾਬ ਦੇ ਵਿੱਚ ਵੀ ਮੇਰੀਆਂ ਟੋਟਲੀ ਰਚਨਾਵਾਂ ਜਿਹੜੀਆਂ ਉਹ ਖੁੱਲ੍ਹੀ ਕਵਿਤਾ ਦੇ ਅਕੋਰਡਿੰਗ ਹੀ ਆਈਆਂ ਹੋਈਆਂ। ਓਕੇ ਜੀ। ਅਤੇ ਬਾਈ ਜੀ ਜੇਕਰ ਤੁਹਾਡੀ ਅਸੀਂ ਕਵਿਤਾਵਾਂ ਦੇ ਵਿਸ਼ੇ ਦੀ ਗੱਲ ਕਰੀਏ ਕਿ ਤੁਹਾਡੇ ਜਿਹੜੀ ਕਵਿਤਾ ਦੇ ਵਿਸ਼ੇ ਕੀ ਹੁੰਦੇ ਨੇ, ਕਿਸ ਵਿਸ਼ੇ 'ਤੇ ਤੁਸੀਂ ਜ਼ਿਆਦਾਤਰ ਲਿਖਦੇ ਹੋ ਜਾਂ ਤੁਸੀਂ ਕੀ ਵਿਸ਼ਾ ਲੈਂਦੇ ਹੋ ਲਿਖਣ ਲੱਗਿਆ, ਕਿ ਸਮਾਜਿਕ, ਧਾਰਮਿਕ ਜਾਂ ਵੈਸੇ ਸੰਸਾਰਿਕ ਜਾਂ ਕੋਈ ਵੀ ਮਤਲਬ ਜਾਂ ਕੁਦਰਤ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਦਾ ਵਿਸ਼ਾ ਲੈਂਦੇ ਹੋ ਤੁਸੀਂ? ਕਵਿਤਾ ਦੇ ਜੇ ਵਿਸ਼ੇ ਦੀ ਗੱਲ ਕਰੀਏ ਤਾਂ ਵਿਸ਼ਾ ਮੇਰਾ ਅਕਸਰ ਹੀ ਸਮਾਜਿਕ ਪੱਖ ਨੂੰ ਲੈ ਕੇ ਹੁੰਦਾ। ਸਾਡੇ ਸਮਾਜ ਦੇ ਵਿੱਚ ਕਿੱਦਾਂ ਦੇ ਲੋਕ ਵਿਚਰਦੇ ਨੇ, ਉਹਨਾਂ ਦੇ ਨਾਲ ਦਿਨਚਰਿਆ ਉਹਨਾਂ ਦੀ ਕਿੱਦਾਂ ਦੀ ਹੈ, ਜਾਂ ਉਹਨਾਂ ਦੇ ਨਾਲ ਕਿੱਦਾਂ ਦੀਆਂ ਸਥਿਤੀਆਂ ਜਿਹੜੀਆਂ ਸਾਡੇ ਇੱਕ ਦਿਨ ਦੇ ਵਿੱਚ ਕਿੱਦਾਂ ਦੀਆਂ ਉਹ ਤਕਲੀਫਾਂ ਜਾਂ ਕਠਿਨਾਈਆਂ ਨੂੰ ਆਪਣੇ ਜੀਵਨ ਦੇ ਵਿੱਚ ਕਿੱਦਾਂ ਦੀਆਂ ਕਠਿਨਾਈਆਂ ਜਿਹੜੀਆਂ ਉਹ ਝੱਲਦੇ ਆ, ਉਹਨਾਂ ਚੀਜ਼ਾਂ ਨੂੰ ਮੇਰੀ ਕਵਿਤਾ ਜਿਹੜੀ ਉਹ ਅਕਸਰ ਹੀ ਬਿਆਨ ਕਰਦੀ ਹੈ। ਜੀ, ਮਤਲਬ ਸਮਾਜ ਦੇ ਵਿੱਚ ਚੱਲ ਰਹੀਆਂ ਕੁਰੀਤੀਆਂ ਨੂੰ ਲੈ ਕੇ ਤੁਹਾਡੀ ਜਿਹੜੀ ਕਵਿਤਾਵਾਂ, ਕੁਰੀਤੀਆਂ ਨੂੰ ਵੀ ਅਸੀਂ ਕਹਿ ਸਕਦੇ ਹਾਂ, ਸਮਾਜ ਦੀਆਂ ਕ੍ਰਿਤੀਆਂ ਵੀ ਹੋ ਸਕਦੀਆਂ, ਜਾਂ ਸਮਾਜ ਦੇ ਵਿੱਚ ਜਿਹੜੇ ਮਿਹਨਤਕਸ਼ੀ ਲੋਕ ਹੈ ਕਿਤੇ ਨਾ ਕਿਤੇ ਉਹ ਜਿਸ ਲੈਵਲ 'ਤੇ ਮਿਹਨਤ ਕਰ ਰਹੇ ਹੁੰਦੇ ਆ ਉਹਨਾਂ ਦੀ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ। ਤਾਂ ਉਹਨਾਂ ਸਥਿਤੀਆਂ ਨੂੰ ਬਿਆਨ ਕਰਨਾ ਮੇਰੀ ਕਵਿਤਾ ਦੇ ਵਿੱਚ ਅਕਸਰ ਹੀ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਇੱਦਾਂ ਦੀ ਰਚਨਾ ਜਿਹੜੀ ਉਹ ਲਿਖੀ ਜਾਵੇ। ਜੀ ਸਰ। ਅਤੇ ਇੱਕ ਨਾ ਜੀ ਆਪਣਾ ਜਿੱਦਾਂ ਪੰਜਾਬੀ ਦੀ ਕਹਾਵਤ ਆ, ਕਹਿੰਦੇ ਬਿਨਾ ਪੱਤ ਨਹੀਂ ਅਤੇ ਗੁਰੂ ਬਿਨਾ ਗਤ ਨਹੀਂ। ਜੀ ਬਿਲਕੁਲ। ਅਤੇ ਮੈਂ ਜੇ ਪੁੱਛਾਂ ਕਿ ਤੁਹਾਡੇ ਗੁਰੂ ਜਾਂ ਤੁਹਾਡਾ ਉਸਤਾਦ ਕਿਹਨੂੰ ਮੰਨਦੇ ਹੋ ਤੁਸੀਂ ਆਪਣਾ ਉਸਤਾਦ? ਜੇਕਰ ਹੁਣ ਮੈਂ ਆਪਦੀ ਕਵਿਤਾ ਦੇ ਸ਼ੁਰੂਆਤ ਦੇ ਅਕੋਰਡਿੰਗ ਮੈਂ ਦੱਸਾਂ ਤਾਂ ਬਾਈ ਰਜਿੰਦਰ ਜੱਸਲ ਜੀ, ਉਹਨਾਂ ਨੇ ਮੈਨੂੰ ਇਹ ਸਫ਼ਰ 'ਤੇ ਤੋਰਿਆ ਹੈ ਨਾ। ਜੀ। ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਤਾਂ ਜਿੱਥੋਂ ਤੱਕ ਕਿਤਾਬ ਦੀ ਗੱਲ ਹੈ ਤਾਂ ਕਿਤਾਬ ਨੂੰ ਸਿਰੇ ਚਾੜ੍ਹਨ ਦੇ ਵਿੱਚ ਬਾਈ ਜੱਸਲ ਜੀ, ਰਜਿੰਦਰ ਜੱਸਲ ਜੀ ਹੋ ਗਏ, ਕੁਲਵਿੰਦਰ ਵਿਰਕਵੀਰ ਜੀ ਹੋ ਗਏ, ਅਤੇ ਉਸ ਤੋਂ ਬਾਅਦ ਵਿਜੇ ਵਿਵੇਕ ਜੀ,
ਉਹ ਵੀ ਸਾਡੇ ਪੰਜਾਬੀ ਦੇ ਕਾਫੀ ਅੱਛੇ ਗਜ਼ਲਗੋ ਨੇ ਜੀ, ਉੱਚ ਨਾਮ ਉਹਨਾਂ ਦਾ, ਉੱਚਾ ਨਾਮ ਹੈ, ਅਤੇ ਉਹਨਾਂ ਨੇ ਵੀ ਮੇਰੀ ਕਾਫੀ ਸਹਾਇਤਾ ਕੀਤੀ ਹੈ ਇਸ ਤਰਫ। ਹਾਂਜੀ ਸੋ ਮੈਂ ਮੰਨਦਾ ਵੀ ਇਹਨਾਂ ਬੰਦਿਆਂ ਦਾ ਆਸ਼ੀਰਵਾਦ ਹੈ ਮੇਰੇ 'ਤੇ। ਤੇ ਇਹ ਆਪਣਾ ਜਿਹੜੀ ਤੁਸੀਂ ਆਪਣਾ ਜੋ ਵੀ ਬੁੱਕ ਤੁਸੀਂ ਛਪਾਈ ਆ, ਬੁੱਕ ਤੁਹਾਡੀ ਪ੍ਰਕਾਸ਼ਿਤ ਹੋਈ ਆ, ਇਹ ਬੁੱਕ ਦਾ ਕੀ ਨਾਮ ਹੈ ਸਰ? ਕੀ ਆਪਣਾ ਮੇਰੀ ਕਿਤਾਬ ਦਾ ਨਾਮ ਹੈ ਜੀ ਅੱਖਰਾਂ ਦੀ ਡਾਰ। ਅੱਖਰਾਂ ਦਾ ਜੀ, ਠੀਕ ਆ। ਤੇ ਇਹਦੇ ਵਿੱਚ ਸਰ ਤੁਸੀਂ ਕਿਹੜੇ ਵਿਸ਼ੇ ਲਏ ਆ ਤੁਸੀਂ? ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਮਾਜ ਨਾਲ ਸੰਬੰਧਿਤ ਹੀ ਤਕਰੀਬਨ ਵਿਸ਼ੇ ਆ। ਕੁਛ ਕੁ ਚਲੋ ਮੁਹੱਬਤ ਦੀ ਗੱਲ ਵੀ ਹੁੰਦੀ ਹੈ, ਉਹ ਰਚਨਾਵਾਂ ਵੀ ਵਿੱਚ ਹੈਗੀਆਂ। ਕੁਛ ਕੁ ਲਘੂ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਕਿਤਾਬ ਦੇ ਵਿੱਚ ਪਾਈਆਂ ਗਈਆਂ, ਉਹਨਾਂ 'ਚੋਂ ਕਿਤੇ ਨਾ ਕਿਤੇ ਰੰਗ ਮਿਲਦਾ। ਪਰ ਜ਼ਿਆਦਾਤਰ ਜਿਹੜਾ ਜੇ ਦੇਖਿਆ ਜਾਵੇ ਤਾਂ ਉਹ ਸਮਾਜਿਕ ਪੱਖ ਨੂੰ ਲੈ ਕੇ ਰਚਨਾਵਾਂ ਜਿਹੜੀਆਂ ਪੇਸ਼ ਹੁੰਦੀਆਂ। ਜੀ ਸਰ। ਤੇ ਸਰ ਜੇ ਆਪਾਂ ਗੱਲ ਕਰੀਏ ਆਦਰਸ਼ ਦੀ, ਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਦਾ ਫੈਨ ਹੁੰਦਾ ਗਾ, ਕਿ ਆਪਣੇ ਕੋਈ ਵੀ ਇੱਕ ਆਈਡਲ ਲੈ ਕੇ ਚੱਲਦਾ ਗਾ, ਤੇ ਫਿਰ ਉਹਦੇ ਨਕਸ਼ੇ ਕਦਮ 'ਤੇ ਵੀ ਚੱਲਦਾ। ਤੁਸੀਂ ਕਿਹੜੇ ਰਾਈਟਰ ਨੂੰ ਆਪਦਾ ਆਈਡਲ ਮੰਨਦੇ ਹੋ? ਆਈਡਲ ਤਾਂ ਜੀ, ਜਿੱਥੋਂ ਤੱਕ ਆਈਡਲ ਦੀ ਗੱਲ ਹੈ, ਮੈਂ ਜਦੋਂ ਸੰਤ ਰਾਮ ਉਦਾਸੀ ਜੀ ਨੂੰ ਪੜ੍ਹਿਆ ਜੀ, ਬਹੁਤ ਵੱਡੇ ਨਾਮ ਸਾਡੇ ਮਰਹੂਮ ਕਵੀ ਹੈ ਨਾ, ਤਾਂ ਉਹਨਾਂ ਦੀਆਂ ਰਚਨਾਵਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਵੀ ਮੈਂ ਉਹਨਾਂ ਦੀ ਲੀਹ ਦੇ ਅਕੋਰਡਿੰਗ ਉਹਨਾਂ ਵਰਗਾ ਲਿਖ ਤਾਂ ਸਕਦਾ ਹੀ ਨਹੀਂ, ਕਿਉਂਕਿ ਬਹੁਤ ਹੀ ਜਿਹੜਾ ਉਹਨਾਂ ਨੇ ਚੰਗੀਆਂ ਤੋਂ ਚੰਗੀਆਂ ਰਚਨਾਵਾਂ ਜੋ ਉਹ ਦੇ ਗਏ ਆ ਪੰਜਾਬੀ ਸਾਹਿਤ ਨੂੰ, ਮੇਰੇ ਖਿਆਲ ਆ ਵੀ ਕੋਈ ਵੀ ਪਰਸਨ ਉਸ ਲੈਵਲ ਤੱਕ ਤਾਂ ਪਹੁੰਚ ਨਹੀਂ ਸਕਦਾ। ਅਤੇ ਪਰ ਕੋਸ਼ਿਸ਼ ਹੁੰਦੀ ਹੈ ਵੀ ਉੱਦਾਂ ਦੀਆਂ ਕੁਛ ਨਾ ਕੁਛ ਲਿਖਣ ਦੀ। ਹਾਂਜੀ। ਅਤੇ ਸਰ ਇੱਕ ਮੇਰੇ ਨਾ ਦਿਮਾਗ ਦੇ ਵਿੱਚ ਇੱਕ ਸਵਾਲ ਆ, ਸ਼ਾਇਦ ਤੁਸੀਂ ਲਿਟਰੇਚਰ ਦੇ ਨਾਲ ਜੁੜੇ ਹੋ, ਸਾਹਿਤ ਨਾਲ ਜੁੜੇ ਹੋ, ਅਤੇ ਕੀ ਕਾਰਨ ਆ ਕਿ ਜਿਹੜੇ ਪਿਛਲੇ ਕੁਝ ਦਹਾਕਿਆਂ ਤੋਂ, ਜੇ ਪਿਛਲੇ ਆਪਾਂ ਝਾਤ ਮਾਰ ਗਏ 20ਵੀਂ ਸਦੀ ਦੀ ਗੱਲ ਕਰੀਏ, ਤਾਂ ਸਾਡੀ 20ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਰਾਈਟਰ, ਭਾਵੇਂ ਸ਼ਿਵ ਕੁਮਾਰ ਬਟਾਲਵੀ, ਪਾਸ਼, ਅੰਮ੍ਰਿਤਾ ਪ੍ਰੀਤਮ ਜਾਂ ਹੋਰ ਬਹੁਤ ਨਾਮ ਹੋਏ ਨੇ। ਕੀ ਕਾਰਨ ਰਿਹਾ ਕਿ ਜਦੋਂ ਵੀ ਨਵੀਂ ਸਦੀ ਜਾਂ 21ਵੀਂ ਸਦੀ ਸ਼ੁਰੂ ਹੁੰਦੀ ਆ ਅਤੇ ਸਾਰੇ ਰਾਈਟਰ ਖਤਮ ਹੋ ਜਾਂਦੇ ਆ? ਹੁਣ ਮੈਂ ਦੇਖਦਾ ਕਿ ਸਿਰਫ ਇੱਕ ਸੁਰਜੀਤ ਪਾਤਰ ਸਾਹਿਬ ਜੀ ਨਜ਼ਰ ਆਉਂਦੇ ਨੇ, ਕਿ ਹੋਰ ਕੋਈ ਰਾਈਟਰ ਨਜ਼ਰ ਨਹੀਂ ਆ ਰਿਹਾ। ਕੀ ਕਾਰਨ ਆ? ਕੀ ਇਹ ਇੰਨਾ ਨਿਘਾਰ ਕਿਉਂ ਆ ਰਿਹਾ? ਨਹੀਂ ਬੇਅੰਤ ਜੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਰਾਈਟਰ ਨਹੀਂ ਹੈ। ਹੁਣ ਵੀ ਬਹੁਤ ਸਾਰੇ ਰਾਈਟਰ ਹੈ ਜਿਹੜੇ ਪੰਜਾਬੀ ਭਾਸ਼ਾ ਦੀ ਸੇਵਾ 'ਚ ਜੁਟੇ ਹੋਏ ਨੇ, ਜਿਨ੍ਹਾਂ ਦੇ ਵਿੱਚ ਅਸੀਂ ਵਿਜੇ ਵਿਵੇਕ ਜੀ ਦਾ ਨਾਮ ਹੀ ਲੈ ਲੈਂਦੇ ਹਾਂ। ਉਹਨਾਂ ਦੀ ਕਿਤਾਬ ਚੱਪਾ ਕੋ ਪੂਰਬ ਬਹੁਤ ਸੋਹਣੀ ਕਿਤਾਬ ਹੈ ਅਤੇ ਕਾਫੀ ਐਡੀਸ਼ਨਾਂ ਦੇ ਵਿੱਚ ਉਹ ਛਪ ਚੁੱਕੀ ਹੈ। ਉਸ ਤੋਂ ਬਾਅਦ ਸਾਡੇ ਗੁਰਤੇਜ ਕੁਹਾਰ ਵਾਲਾ ਜੀ, ਉਹ ਵੀ ਅੱਛੇ ਰਾਈਟਰ ਨੇ, ਪੰਜਾਬੀ ਦੇ ਚੰਗੇ ਗਜ਼ਲਗੋ ਨੇ। ਉਸ ਤੋਂ ਬਿਨਾਂ ਵੀ ਹੋਰ ਬਹੁਤ ਸਾਰੇ ਨਾਮ ਹੈ, ਜਿਵੇਂ ਆਪਣੇ ਡਾਕਟਰ ਦਵਿੰਦਰ ਸ਼ੈਫੀ ਜੀ, ਉਹ ਵੀ ਚੰਗੀ ਕਵਿਤਾ ਬਹੁਤ ਸੋਹਣੀ ਲਿਖਦੇ ਨੇ, ਅਤੇ ਆਲੋਚਕ ਵੀ ਬਹੁਤ ਚੰਗੇ ਨੇ। ਯਾਨੀ ਕਿ ਕਹਿਣ ਦਾ ਭਾਵ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬੀ ਰਾਈਟਰ ਖਤਮ ਹੋ ਗਏ ਆ ਜਾਂ ਆ ਨਹੀਂ ਰਹੇ, ਕਿ ਜਾਂ ਫਿਰ ਇੱਦਾਂ ਹੋ ਸਕਦਾ ਕਿ ਅਸੀਂ ਪੜ੍ਹਨੇ ਛੱਡਤੇ ਆ, ਕਿ ਇਹ ਕਾਰਨ ਹੋ ਸਕਦਾ ਕਿ ਅਸੀਂ ਪੜ੍ਹਨੇ ਛੱਡ ਦਿੱਤੇ? ਪੜ੍ਹਨ ਦਾ ਵੀ ਜਿੱਥੋਂ ਤੱਕ ਮੈਂ ਆਪਣੀ ਏਜ ਦੇ ਅਕੋਰਡਿੰਗ, ਜਿੱਥੋਂ ਤੱਕ ਮੈਂ ਦੇਖਿਆ ਜਾਂ ਮੈਂ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਹਾਨੂੰ ਦੱਸਾਂ, ਤਾਂ ਪੜ੍ਹਨ ਦੇ ਵਿੱਚ ਵੀ ਕੋਈ ਮੈਨੂੰ ਨਹੀਂ ਲੱਗਦਾ ਵੀ ਬਹੁਤਾ ਕੋਈ ਕਮੀ ਆਈ ਹੋਊਗੀ। ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਿਵੇਂ ਬਾਬਾ ਫਰੀਦ ਪੁਸਤਕ ਮੇਲਾ ਲੱਗਦਾ ਹੈ ਜਾਂ ਹੋਰ ਵੀ ਬਹੁਤ ਸਾਰੇ ਪੁਸਤਕ ਮੇਲੇ ਲੱਗਦੇ ਆ, ਤਾਂ ਉੱਥੇ ਵੀ ਦੇਖੀਦਾ ਵੀ ਪਾਠਕ ਮਿੱਤਰ ਆ ਜਿਹੜੇ ਉਹ ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਕਿਤਾਬਾਂ ਵੀ ਖਰੀਦ ਕੇ ਲੈ ਜਾਂਦੇ ਆ, ਹੈ ਨਾ। ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਉਹ ਇੱਕ ਲੈਵਲ ਤੋਂ ਦੇਖਣ ਨੂੰ ਲੱਗਦਾ ਹੁੰਦਾ ਵੀ ਇਹ ਚੀਜ਼ ਹੋ ਸਕਦੀ ਹੈ ਜਾਂ ਇਹ ਨਹੀਂ ਹੋ ਸਕਦੀ, ਹੈ ਨਾ। ਇਹ ਨਾ ਜੀ ਮੇਰੇ ਜਿਹੜਾ ਦਿਮਾਗ ਦੇ ਵਿੱਚ ਸਵਾਲ ਤਾਂ ਆਇਆ ਕਿ ਮੈਂ ਯੂਨੀਵਰਸਿਟੀ ਮਤਲਬ ਕਿ ਰਿਹਾ GNDU, ਬਿਲਕੁਲ, ਅਤੇ ਮੈਂ ਹਮੇਸ਼ਾ ਦੇਖਿਆ GNDU ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਜਾਂ ਸਾਡੀਆਂ ਨਾਮਵਰ ਯੂਨੀਵਰਸਿਟੀਆਂ ਨੇ ਪੰਜਾਬ ਦੀਆਂ, ਉਹਦੇ ਵਿੱਚ ਹਮੇਸ਼ਾ ਜਦੋਂ ਕੋਈ ਪੰਜਾਬੀ ਦਾ ਫੰਕਸ਼ਨ ਹੁੰਦਾ ਸੀ ਤਾਂ ਮੈਂ ਹਮੇਸ਼ਾ ਦੇਖਦਾ ਸੀਗਾ ਸੁਰਜੀਤ ਪਾਤਰ ਸਾਹਿਬ ਅੱਗੇ ਹੁੰਦੇ ਨੇ, ਉਹਨਾਂ ਨੂੰ ਚੀਫ ਗੈਸਟ ਬੁਲਾਇਆ ਜਾਂਦਾ। ਅਤੇ ਮੈਂ ਸੋਚਿਆ ਕਿ ਸ਼ਾਇਦ ਹੋ ਸਕਦਾ ਕਿ ਸਾਡੇ ਰਾਈਟਰ ਖਤਮ ਹੋ ਰਹੇ ਨੇ, ਅਤੇ ਚਲੋ ਇਹ ਬਹੁਤ ਵਧੀਆ ਜਾਣਕਾਰੀ ਤੁਹਾਡੇ ਤੋਂ ਮਿਲੀ ਕਿ ਹੈਗੇ ਨੇ ਹਜੇ ਵੀ ਸਾਡੇ ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਸਾਹਿਤ ਨੂੰ ਸਾਂਭਣ ਲਈ ਹੈਗੇ ਨੇ। ਹਾਂਜੀ, ਬਹੁਤ ਅੱਛੇ ਨਾਮ ਹੈਗੇ ਆ, ਹੋਰ ਵੀ ਕੁਛ ਕੁ ਨਾਮ ਮੈਂ ਅਜੇ ਮੇਰੇ ਨਹੀਂ ਜ਼ੁਬਾਨ 'ਤੇ ਆ ਰਹੇ ਹੋਣੇ, ਪਰ ਇਹ ਵਧੀਆ ਰਾਈਟਰ ਨੇ ਜੀ। ਉਹ ਕੁਹਾਰ ਵਾਲਾ ਸਾਹਿਬ ਦਾ ਇੱਕ ਬਹੁਤ ਵਧੀਆ ਸ਼ੇਰ ਹੈ ਕਿ ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ ਜੀ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ, ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਵਾਹ ਜੀ ਵਾਹ, ਕੀ ਬਾਤ ਹੈ।
ਔਰ ਇੱਦਾਂ ਹੀ ਵਿਜੇ ਵਿਵੇਕ ਜੀ ਦੀਆਂ ਉਹ ਕਾਫੀ ਅੱਛੀਆਂ ਗਜ਼ਲਾਂ ਜਿਹੜੀਆਂ ਹੈਗੀਆਂ ਉਹ ਆਈਆਂ ਨੇ। ਅਤੇ ਇੱਕ ਉਹਨਾਂ ਦੀ ਬੜੀ ਵਧੀਆ ਉਹ ਮੇਰਾ ਪਸੰਦੀਦਾ ਸ਼ੇਅਰ ਹੈ ਉਹਨਾਂ ਦੀ ਰਚਨਾ ਦਾ ਕਿ ਇੱਥੇ ਕੌਣ ਸ਼ਾਇਰ ਹੈ ਨਾ ਮੁਰਾਦ, ਇੱਥੇ ਕਿਸ ਨੂੰ ਕਵਿਤਾ ਦੀ ਭਾਲ ਹੈ ਕਿ ਇੱਥੇ ਕੌਣ ਸ਼ਾਇਰ ਹੈ ਨਾ ਮੁਰਾਦ, ਇੱਥੇ ਕਿਸ ਨੂੰ ਕਵਿਤਾ ਦੀ ਭਾਲ ਹੈ, ਇਹ ਤਾਂ ਐਵੇਂ ਤੇਰੇ ਵਿਯੋਗ ਵਿੱਚ ਮੇਰੇ ਦਿਲ 'ਚੋਂ ਉੱਠਿਆ ਉਬਾਲ ਹੈ। ਉਹ ਯਾਨੀ ਕਿ ਕਾਫੀ ਅੱਛੀਆਂ ਰਚਨਾਵਾਂ ਵੀ ਦੇ ਰਹੇ ਨੇ। ਹੋਰ ਵੀ ਬਹੁਤ ਉਹਨਾਂ ਦੀ ਕਿਤਾਬ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਆਈਆਂ ਹੋਈਆਂ। ਕਹਿ ਸਕਦੇ ਵੀ ਰਾਈਟਰ ਨਹੀਂ ਖਤਮ ਹੋ ਗਏ ਜਾਂ ਰਾਈਟਰ ਖਤਮ ਹੋ ਗਏ ਜਾਂ ਪਾਠਕ ਨਹੀਂ ਮਿਲ ਰਹੇ, ਤਾਂ ਮੇਰਾ ਅਕੋਰਡਿੰਗ ਹੈ ਵੀ ਪਾਠਕ ਵੀ ਬਹੁਤ ਪਏ ਨੇ। ਔਰ ਉਹ ਜਿੰਨੇ ਕੁ ਹੈ ਉਹ ਵੀ ਤਕਰੀਬਨ ਕਿਤਾਬ ਨੂੰ ਖਰੀਦ ਕੇ ਪੜ੍ਹ ਕੇ ਉਹਨੂੰ ਵਾਚਣ ਵਾਲੇ ਨਹੀਂ ਜੀ। ਅਤੇ ਸਰ ਜੇ ਆਪਾਂ ਤੁਹਾਡੀ ਕਵਿਤਾਵਾਂ ਦੀ ਗੱਲ ਕਰੀਏ, ਇਹੋ ਜਿਹੀ ਕਵਿਤਾ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੋਵੇ, ਜਿਹੜੀ ਤੁਹਾਡੀ ਮਨਪਸੰਦ ਦੀ ਕਵਿਤਾ ਉਹਦੇ 2 ਬੋਲ ਹੋ ਜਾਣ ਸਰ। ਜੀ 2-3 ਰਚਨਾਵਾਂ ਸੀਗੀਆਂ ਮੇਰੀਆਂ ਜੋ ਮੈਨੂੰ ਪਸੰਦੀਦਾ ਨੇ ਜਾਂ ਮੇਰੇ ਦਿਲ ਦੇ ਨੇੜੇ ਕਹਿ ਸਕਦੇ ਹਾਂ। ਤਾਂ ਉਹਨਾਂ ਦੇ ਵਿੱਚ ਇੱਕ ਸੀਗੀ ਕਿ ਸਾਡੇ ਮੁੜਕੇ ਦੀ ਖੁਸ਼ਬੂ ਦਾ ਅਰਥ ਉਹੀ ਜਾਣ ਸਕਦੇ ਨੇ, ਕਿ ਸਾਡੇ ਮੁੜਕੇ ਦੀ ਖੁਸ਼ਬੂ ਦਾ ਅਰਥ ਉਹੀ ਜਾਣ ਸਕਦੇ ਨੇ ਜੋ ਹਾੜ ਦੀ ਧੁੱਪ ਦਾ ਆਨੰਦ ਲੈ ਸਕਣਗੇ। ਜੀ। ਔਰ ਇਸੇ ਤਰ੍ਹਾਂ ਹੀ ਇੱਕ ਮੇਰੀ ਰਚਨਾ ਸੀਗੀ ਕਿ ਸੂਰਜ ਵਾਂਗ ਚਮਕਣ ਦੀ ਆਸ ਰੱਖਣ ਵਾਲਾ ਨੰਦੂ ਕਾ ਕੀਲਾ, ਸੂਰਜ ਵਾਂਗ ਚਮਕਣ ਦੀ ਆਸ ਰੱਖਣ ਵਾਲਾ ਨੰਦੂ ਕਾ ਕੀਲਾ, ਭੋਲੋ ਕੀ ਸ਼ਿੰਦੀ ਕਿਸ਼ਨੇ ਕਾ ਗੋਰਾ, ਅਤੇ ਹੋਰ ਵੀ ਕਿੰਨੇ ਸਾਰੇ ਕਮੀਆਂ ਕਿਸਾਨਾਂ ਦੇ ਬੱਚੇ ਜਾਂ ਤਾਂ ਘਰ ਦੀ ਕਬੀਲਦਾਰੀ ਕਾਰਨ ਜਾਂ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਕਾਰਨ ਇੱਕ ਦਿਨ ਆਪਣੇ ਸੁਪਨਿਆਂ ਸਮੇਤ ਬੱਦਲਾਂ ਹੇਠ ਆ ਜਾਣਗੇ। ਪਰ ਫਿਰ ਵੀ ਇਹ ਜਿਉਣ ਦੀ ਆਸ ਨਾ ਛੱਡਦੇ ਹੋਏ ਤੁਹਾਨੂੰ ਦੇਸੀ ਪੈਣਗੇ ਕਿਸੇ ਖਾਲ ਦੀ ਵੱਟ ਘੜਦੇ ਜਾਂ ਆਪਣੀਆਂ ਤੋਕੜ ਮੱਝਾਂ ਲਈ ਘਾਹ ਖੋਦਦੇ। ਹੋ ਸਕਦਾ ਤੁਹਾਨੂੰ ਮਿਲ ਹੀ ਜਾਵੇ ਕਿਤੇ ਨਾ ਕਿਤੇ ਨੰਦੂ ਕਾ ਕੀਲਾ, ਮੋਢੇ 'ਤੇ ਡਰਮੀ ਚੁੱਕੀ ਆਪਣੇ ਉਸੇ ਲੀਡਰ ਬੇਲੀ ਦੇ ਖੇਤ 'ਚ, ਜਿਹੜਾ ਕਦੇ ਕੀਲੇ ਦੇ ਕਲਾਸ 'ਚੋਂ ਫਸਟ ਆਉਣ 'ਤੇ ਉਹਨੂੰ ਚੜਾਉਂਦਾ ਹੋਇਆ ਕਹਿੰਦਾ ਹੁੰਦਾ ਸੀ ਕਿ ਸਿਰੀ ਤਾਂ ਤੂੰ ਸਾਡੇ ਹੀ ਲੱਗਣਾ। ਅਤੇ ਤੁਹਾਨੂੰ ਇਹ ਸਾਰੇ ਹੀ ਗੁਆਚੇ ਸੂਰਜ ਕਿਤੇ ਨਾ ਕਿਤੇ ਲੱਭ ਹੀ ਜਾਣਗੇ, ਖਾਲ ਦੀਆਂ ਵੱਟਾਂ ਤੋਂ ਘਾਹ ਖੋਤਦੇ, ਨੱਕੇ ਮੋੜਦੇ ਜਾਂ ਖਾਲ ਘੜਦੇ ਇਹ ਗੁਆਚੇ ਸੂਰਜ। ਕਵਿਤਾਵਾਂ ਤੋਂ ਬਾਅਦ ਜੇ ਗੱਲ ਕਰਾਂ ਤਾਂ ਤੁਹਾਡਾ ਕਿਹੜੇ ਫੀਲਡ ਦੇ ਵਿੱਚ ਰੁਚੀ ਹੈਗੀ ਤੁਹਾਡੀ? ਕਵਿਤਾਵਾਂ ਤੋਂ ਹਟ ਕੇ ਜੇ ਗੱਲ ਕਰੀਏ ਤਾਂ ਬੇਅੰਤ ਜੀ ਮੈਂ ਥੋੜ੍ਹਾ ਬਹੁਤਾ ਥੀਏਟਰ ਵਾਲੇ ਪਾਸੇ ਵੀ ਵਰਕ ਕਰ ਲਈਦਾ ਸੀ। ਇੱਕ ਕਿੱਦਾਂ ਦੇ ਨਾਟਕ ਕੀਤੇ ਆ ਤੁਸੀਂ? ਨਾਟਕਾਂ ਦੇ ਵਿੱਚ ਜੇਕਰ ਅਸੀਂ ਦੇਖਿਆ ਜਾਵੇ ਤਾਂ ਮੇਰੇ ਬਹੁਤ ਹੀ ਪਿਆਰੇ ਦੋਸਤ, ਅਸੀਂ ਕਾਫੀ ਟਾਈਮ ਤੋਂ ਇਕੱਠੇ ਚੱਲ ਰਹੇ ਸੀਗੇ ਥੀਏਟਰ ਦੇ ਵਿੱਚ ਵੀ। ਗੁਰਦੀਪ ਸਿੰਘ ਭੁੱਲਰ ਇੱਕ ਤਰ੍ਹਾਂ ਨਾਲ ਯੁਵਾ ਨਾਟਕਕਾਰ ਆਉਣ ਵਾਲੀ ਪੀੜ੍ਹੀ ਦੇ ਕਹੇ ਜਾ ਸਕਦੇ, ਕਿਉਂਕਿ ਉਹਨਾਂ ਦੇ ਨਾਟਕ ਕਾਫੀ ਅੱਛੇ ਲਿਖਦੇ ਨੇ। ਤਾਂ ਉਹਨਾਂ ਦੇ ਕਾਫੀ ਨਾਟਕ ਅਸੀਂ ਸਟੇਜ 'ਤੇ ਕੀਤੇ ਹੋਏ ਆ। ਉਹਨਾਂ ਦੇ ਘੱਟੋ ਘੱਟ ਨੁੱਕੜ ਪਲੇ ਵੀ ਅਸੀਂ ਕੀਤੇ ਹੋਏ ਆ। ਉਹ ਤਕਰੀਬਨ ਆਪਣੇ ਆਸ-ਪਾਸ ਦੇ ਫਿਰੋਜ਼ਪੁਰ ਇਲਾਕਾ ਹੋ ਗਿਆ, ਬਠਿੰਡਾ ਏਰੀਆ ਹੋ ਗਿਆ, ਮੁਕਤਸਰ ਹੋ ਗਿਆ, ਆਪਣਾ ਫਰੀਦਕੋਟ ਏਰੀਆ ਹੋ ਗਿਆ, ਚਾਰਾਂ ਏਰੀਆ ਦੇ ਸਕੂਲਾਂ ਦੇ ਵਿੱਚ ਅਸੀਂ ਉਹਨਾਂ ਦੇ ਕਾਫੀ ਸਾਰੇ ਨਾਟਕ ਆ ਜਿਹੜੇ ਨੁੱਕੜ ਨਾਟਕ ਅਸੀਂ ਸਟੇਜਾਂ 'ਤੇ ਖੇਡੇ ਹੋਏ ਆ, ਸਕੂਲਾਂ ਦੇ ਵਿੱਚ ਖੇਡੇ ਹੋਏ ਆ। ਮਤਲਬ ਸਾਹਿਬ ਮੈਂ ਤੁਹਾਡਾ ਇੱਕ ਨਾਟਕ ਦੇਖਿਆ ਸੀ ਮਿੱਟੀ ਤੇ ਮਾਇਆ ਜੀ, ਉਹਦੇ ਬਾਰੇ ਥੋੜ੍ਹਾ ਚਾਨਣਾ ਪਾਓ, ਉਹ ਕੀ ਸੀਗਾ? ਮਿੱਟੀ ਤੇ ਮਾਇਆ ਨਾਟਕ ਉਹ ਆਪਣੇ ਬਹੁਤ ਹੀ ਪਿਆਰੇ ਨਾਟਕਕਾਰ ਜਗਦੇਵ ਢਿੱਲੋਂ ਜੀ ਦਾ ਲਿਖਿਆ ਹੋਇਆ। ਤਾਂ ਉਹ ਵੀ ਇੱਕ ਤਰ੍ਹਾਂ ਨਾਲ ਸਾਡੀ ਜਿਹੜੀ ਪਰਿਵਾਰਾਂ ਦੇ ਵਿੱਚ ਵੱਡ ਵਡੇਰਿਆਂ ਦੀ ਦੁਰਦਸ਼ਾ ਜਿਹੜੀ ਹੁੰਦੀ ਹੈ, ਜਾਂ ਜ਼ਮੀਨੀ ਝਗੜਿਆਂ ਨੂੰ ਲੈ ਕੇ ਜਾਂ ਜ਼ਮੀਨਾਂ ਲਈ ਜੋ ਕੁਛ ਹੁੰਦਾ ਉਹ ਚੀਜ਼ ਨੂੰ ਪੇਸ਼ ਕਰਦਾ ਉਹ ਨਾਟਕ ਹੈ। ਤਾਂ ਉਹ ਜਗਦੇਵ ਢਿੱਲੋਂ ਜੀ ਨੇ ਬੜੇ ਵਧੀਆ ਤਰੀਕੇ ਨਾਲ ਉਹ ਨਾਟਕ ਨੂੰ ਪੇਸ਼ ਕੀਤਾ ਹੈਗਾ। ਤਾਂ ਉਹਦੇ ਵਿੱਚ ਇਹੀ ਕੁਛ ਹੈ ਵੀ ਇੱਕ ਭਰਾ ਦੂਸਰੇ ਭਰਾ ਨੂੰ ਜਾਂ ਉਹ ਤੋਂ ਜ਼ਮੀਨ ਦੀ ਖਾਤਰ ਜ਼ਮੀਨ ਖਾਤਰ ਲੈਣ ਦੀ ਖਾਤਰ ਕਿਸ ਹੱਦ ਤੱਕ ਜਾ ਸਕਦੇ ਆ, ਅਤੇ ਉਹ ਇੱਥੋਂ ਤੱਕ ਕਿ ਉਹ ਆਪਣੇ ਬਾਪ ਨਾਲ ਵੀ ਕਿੱਦਾਂ ਦਾ ਦੁਰਵਿਵਹਾਰ ਕਰਦੇ ਆ। ਅੱਛਾ ਜੀ, ਲਾਸਟ ਦੇ ਵਿੱਚ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਤੁਸੀਂ ਦਰਸ਼ਕਾਂ, ਪਾਠਕਾਂ ਅਤੇ ਰਾਈਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ? ਸੰਦੇਸ਼ ਤਾਂ ਜੀ ਹਜੇ ਆਹੀ ਹੈ ਵੀ ਚਲੋ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ
ਜੋ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਚੱਲ ਰਹੀਆਂ, ਨਸ਼ੇ ਦੀ ਬੜੀ ਵੱਡੀ ਬਿਮਾਰੀ ਜਿਹੜੀ ਹੈਗੀ ਉਹ ਸਮਾਜ ਦੇ ਵਿੱਚ ਚੱਲ ਰਹੀ ਹੈ, ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਲਾਹਨਤਾਂ ਚੱਲ ਰਹੀਆਂ, ਕਿਤੇ ਨਾ ਕਿਤੇ ਇਹੀ ਹੈ ਵੀ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ, ਜਿਹੜੇ ਪਾਠਕ ਵਰਗ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਇਹੀ ਕਰੂੰਗਾ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ, ਸਮਾਜ ਦੇ ਚੰਗੇ ਕੰਮਾਂ ਵੱਲ ਜਾਣਾ ਚਾਹੀਦਾ, ਉਸਾਰੂ ਤੇ ਸੁਚਾਰੂ ਸੋਚ ਜਿਹੜੀ ਉਹ ਰੱਖਣੀ ਚਾਹੀਦੀ ਹੈ, ਅਤੇ ਸਮਾਜ ਦੇ ਵਿੱਚ ਇੱਕ ਵਧੀਆ ਜਿਹੜਾ ਹੈਗਾ ਪੱਖ ਉਹ ਸਾਡੇ ਸਮਾਜ ਨੂੰ ਪੇਸ਼ ਕਰਨਾ ਚਾਹੀਦਾ ਜਾਂ ਦੇਣਾ ਚਾਹੀਦਾ, ਕਿਉਂਕਿ ਆਉਣ ਵਾਲੀ ਜਨਰੇਸ਼ਨ ਸਾਡੀ ਇਸ ਚੀਜ਼ਾਂ ਨੂੰ ਜੇ ਸਮਝੂਗੀ ਤਾਂ ਫਿਰ ਹੀ ਇੱਕ ਅਸੀਂ ਵਧੀਆ ਸਮਾਜ ਦੀ ਜਿਹੜੀ ਸਿਰਜਣਾ ਉਹ ਕਰ ਸਕਾਂਗੇ। ਅਤੇ ਸਰ ਜਿੱਦਾਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਪਿਛਲੇ 7-8 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਮੁੱਦਾ ਕਾਫੀ ਭਖਿਆ ਹੋਇਆ ਹੈ ਨਾ, ਅਤੇ ਜਿੱਥੋਂ ਤੱਕ ਕਿ ਆਪਣਾ ਦਿੱਲੀ ਦੇ ਵਿੱਚ ਕਈ ਆਪਣਾ ਧਰਨੇ ਵੀ ਲੱਗੇ ਹੋਏ ਨੇ, ਤੁਸੀਂ ਸਰ ਕੀ ਸੰਦੇਸ਼ ਦੇਣਾ, ਕੀ ਕਹਿਣਾ ਚਾਹੋਗੇ ਸਰ ਤੁਸੀਂ? ਇਸ ਵਾਸਤੇ ਬੇਅੰਤ ਜੀ, ਪਹਿਲੀ ਗੱਲ ਤਾਂ ਜਿਹੜਾ ਇਹ ਕਾਲੇ ਕਾਨੂੰਨ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ ਬਹੁਤ ਹੀ ਮਾਰੂ ਨੇ। ਆਪਾਂ ਨੂੰ ਪਤਾ ਹੀ ਹੈ ਕਿੱਦਾਂ ਦੀ ਸਥਿਤੀ ਸਾਡੇ ਸਮਾਜ ਦੇ ਵਿੱਚ ਪੇਸ਼ ਹੋ ਰਹੀ ਹੈ, ਕਿੰਨਾ ਟਾਈਮ ਹੋ ਗਿਆ ਕਿਸਾਨਾਂ ਨੂੰ ਜਿਹੜੇ ਉਹ ਧਰਨੇ 'ਤੇ ਦਿੱਲੀ ਬੈਠੇ ਨੇ, ਆਪਣੇ ਘਰ-ਬਾਰ ਛੱਡ ਕੇ ਬੈਠੇ ਨੇ। ਤਾਂ ਪਹਿਲੀ ਤਾਂ ਇਹੀ ਹੈ ਵੀ ਇਹ ਕਾਨੂੰਨ ਆ ਜਿਹੜੇ ਉਹ ਰੱਦ ਹੋਣੇ ਚਾਹੀਦੇ ਆ, ਜੇ ਰੱਦ ਹੋਣਗੇ ਤਾਂ ਸਾਡੇ ਕਿਸਾਨ ਭਰਾ ਜਿਹੜੇ ਉਹ ਘਰ ਵਾਪਸ ਆਪਦੇ ਪਹੁੰਚਣਗੇ ਅਤੇ ਮਾਹੌਲ ਵਧੀਆ ਜਿਹੜਾ ਹੈਗਾ ਉਹ ਸਾਡੇ ਪੰਜਾਬ ਦਾ ਵੀ ਸੁਧਰੂਗਾ। ਅਤੇ ਜ਼ਿਆਦਾ ਕੁਛ ਤਾਂ ਨਹੀਂ, ਮੈਂ ਇਹਦੇ ਪੱਖ 'ਤੇ ਇੱਕ ਕਵਿਤਾ ਕਹਿਣੀ ਚਾਹਾਂਗਾ ਜੋ ਮੈਂ ਲਿਖੀ ਸੀਗੀ, ਉਹ ਜੋ ਸਾਡੇ ਸਰਮਾਏਦਾਰੀ ਪੱਖ 'ਤੇ ਸਾਡੇ ਮਿਹਨਤਕਸ਼ ਲੋਕਾਂ ਦੇ ਦਰਦ ਨੂੰ ਬਿਆਨ ਕਰਦੀ ਹੈ ਕਿ ਕਿੱਦਾਂ ਉਸ ਲੋਕ ਸਾਡੇ 'ਤੇ ਕਾਬਜ਼ ਹੋਣਾ ਚਾਹੁੰਦੇ ਆ ਅਤੇ ਸਾਡੀਆਂ ਸਥਿਤੀਆਂ ਕੀ ਨੇ ਉਹਨਾਂ ਅੱਗੇ। ਤਾਂ ਉਹਦੇ ਵਿੱਚ ਇਹ ਸੀਗਾ ਕਿ ਹਾਕਮ ਕਹਿੰਦੇ ਸਾਹ ਕਿਉਂ ਲੈਂਦੇ, ਹਾਕਮ ਕਹਿੰਦੇ ਸਾਹ ਕਿਉਂ ਲੈਂਦੇ, ਮਿੱਟੀ ਪਾਓ ਮੋਇਆਂ 'ਤੇ, ਹਾਕਮ ਕਹਿੰਦੇ ਸਾਹ ਕਿਉਂ ਲੈਂਦੇ, ਮਿੱਟੀ ਪਾਓ ਮੋਇਆਂ 'ਤੇ, ਧਰਨੇ ਲਾਉਂਦੇ ਅਣਖ ਲਈ ਲੜਦੇ, ਕਾਫਰ ਚੱਲੇ ਹੋਇਆਂ 'ਤੇ। ਤਾਂ ਉਹ ਸਾਡੇ ਹੁਣੇ ਹਜੇ ਕੱਲ੍ਹ ਹੀ ਉਹ ਪਟਿਆਲਾ ਦੇ ਵਿੱਚ ਇੱਕ ਬੇਰੁਜ਼ਗਾਰ, ਸਾਡਾ ਸਾਂਝਾ ਪੰਜਾਬ ਬੇਰੁਜ਼ਗਾਰ ਮੋਰਚਾ ਜਿਹੜਾ ਅਧਿਆਪਕਾਂ ਵੱਲੋਂ ਕੀਤਾ ਗਿਆ, ਉਹ ਕਿਤੇ ਨਾ ਕਿਤੇ ਕਵਿਤਾ ਉਹ ਉੱਥੇ ਵੀ ਥੋੜ੍ਹੀ ਬਹੁਤ ਜੁੜਦੀ ਹੈ ਨਾ। ਤਾਂ ਉਹਦੀਆਂ ਅਗਲੀਆਂ ਸਤਰਾਂ ਸੀਗੀਆਂ ਕਿ ਮਾਰੋ ਡਾਂਗਾਂ ਤੋੜੋ ਲੱਤਾਂ, ਪਾੜੋ ਸਿਰ, ਪੱਗਾਂ ਪੁੱਗਾਂ ਲਾਹ ਸੁੱਟੋ। ਮਾਰੋ ਡਾਂਗਾਂ ਤੋੜੋ ਲੱਤਾਂ, ਪਾੜੋ ਸਿਰ, ਪੱਗਾਂ ਪੁੱਗਾਂ ਲਾਹ ਸੁੱਟੋ, ਔਰ ਪਾਣੀ ਦੀਆਂ ਵਿਛਾੜਾਂ ਮਾਰੋ ਹੱਕਾਂ ਲਈ ਇਹਨਾਂ ਰੋਇਆਂ 'ਤੇ। ਔਰ ਅੱਗੇ ਕਿ ਕਸੀਆਂ ਰੰਬੀਆਂ ਦਾਤੀਆਂ ਥੌੜੇ, ਕਸੀਆਂ ਰੰਬੀਆਂ ਦਾਤੀਆਂ ਥੌੜੇ, ਸੰਦ ਇਹਨਾਂ ਦੇ ਖੋਹ ਕੇ ਰੱਖ ਲਓ, ਪੁੱਲ ਨਾ ਕਿਧਰੇ ਬੰਨ੍ਹ ਲੈਣੇ ਰਾਹ ਵਿੱਚ ਪੱਟੇ ਟੋਇਆਂ 'ਤੇ। ਔਰ ਉਸ ਤੋਂ ਅੱਗੇ ਕਿ ਇਹ ਜੋ ਚਾਹੁੰਦੇ ਉਹ ਨਹੀਂ ਹੋਣਾ, ਇਹ ਜੋ ਮੰਗਦੇ ਉਹ ਨਹੀਂ ਮਿਲਣਾ, ਇਹ ਜੋ ਚਾਹੁੰਦੇ ਉਹ ਨਹੀਂ ਹੋਣਾ, ਇਹ ਜੋ ਮੰਗਦੇ ਉਹ ਨਹੀਂ ਮਿਲਣਾ, ਦੇਖਿਓ ਕਿਧਰੇ ਫੁੱਲ ਨਾ ਉੱਗਣ ਬੀਜ ਇਹਨਾਂ ਦੇ ਬੋਇਆਂ 'ਤੇ, ਦੇਖਿਓ ਕਿਧਰੇ ਫੁੱਲ ਨਾ ਉੱਗਣ ਬੀਜ ਇਹਨਾਂ ਦੇ ਬੋਇਆਂ 'ਤੇ। ਔਰ ਦੂਸਰੀਆਂ ਲਾਈਨਾਂ ਜੋ ਸਾਡੇ ਵਰਗ ਨੂੰ ਪੇਸ਼ ਕਰਦੀਆਂ ਕਿ ਉਹ ਕਹਿੰਦੇ ਆ, ਅਸੀਂ ਕਿਹਾ ਅਸੀਂ ਘਾਹ ਦੇ ਬੀਹਾਂ, ਅਸੀਂ ਕਿਹਾ ਅਸੀਂ ਘਾਹ ਦੇ ਬੀਹਾਂ, ਜਿੰਨਾ ਮਰਜ਼ੀ ਦੱਬ ਲਓ, ਅਸੀਂ ਕਿਹਾ ਅਸੀਂ ਘਾਹ ਦੇ ਬੀਹਾਂ, ਜਿੰਨਾ ਮਰਜ਼ੀ ਦੱਬ ਲਓ, ਇੱਕ ਦਿਨ ਆਖਰ ਉੱਘ ਹੀ ਆਉਣਾ ਤੁਹਾਡੇ ਬਰਫੀ ਖੋਇਆਂ 'ਤੇ, ਇੱਕ ਦਿਨ ਆਖਰ ਉੱਘ ਹੀ ਆਉਣਾ ਤੁਹਾਡੇ ਬਰਫੀ ਖੋਇਆਂ 'ਤੇ। ਔਰ ਲਾਸਟ 'ਤੇ ਹੈ ਕਿ ਸਾਡਾ ਏਕਾ ਭਾਰੀ ਪੈਣਾ ਜਿਸ ਦਿਨ ਤੁਹਾਡੀਆਂ ਚਾਲਾਂ 'ਤੇ, ਕਿ ਸਾਡਾ ਏਕਾ ਭਾਰੀ ਪੈਣਾ ਜਿਸ ਦਿਨ ਤੁਹਾਡੀਆਂ ਚਾਲਾਂ 'ਤੇ, ਔਰ ਸੁਰਮੇ ਦੀ ਥਾਂ ਅੱਖ 'ਚ ਪਾਏ ਰੜਕੋਂਗੇ ਕਿੰਜ ਕੋਹਿਆਂ 'ਤੇ, ਸੁਰਮੇ ਦੀ ਥਾਂ ਅੱਖ 'ਚ ਪਾਏ ਰੜਕੋਂਗੇ ਕਿੰਜ ਕੋਹਿਆਂ 'ਤੇ। ਬਸ ਇਹ ਰਚਨਾ ਮੈਂ ਇਸ ਪੱਖ ਨੂੰ ਲੈ ਕੇ ਕੁਛ ਕੁ, ਵੈਸੇ ਤਾਂ ਇਹ ਰਚਨਾ ਕਿਸਾਨੀ ਸੰਘਰਸ਼ ਸਟਾਰਟ ਹੋਣ ਤੋਂ ਪਹਿਲਾਂ ਦੀ ਲਿਖੀ ਗਈ ਸੀ। ਉਸ ਤੋਂ ਪਹਿਲਾਂ ਯੰਗ ਪੰਜਾਬ ਚੈਨਲ ਵਾਲਿਆਂ ਨੇ ਇੱਕ ਸਾਡਾ ਸਾਂਝਾ ਕਵੀ ਦਰਬਾਰ ਵੀ ਕਰਵਾਇਆ ਸੀ, ਮੈਂ ਉੱਥੇ ਵੀ ਇਹ ਰਚਨਾ ਪੇਸ਼ ਕੀਤੀ ਸੀ। ਤਾਂ ਕਿਤੇ ਨਾ ਕਿਤੇ ਉਹ ਸਾਡੀ ਇੱਦਾਂ ਦੀਆਂ ਸਮਾਜ ਦੇ ਵਿੱਚ ਜੋ ਸਰਕਾਰੂ ਨੀਤੀਆਂ ਹੁੰਦੀਆਂ, ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ, ਜਾਂ ਮਾਰੂ ਨੀਤੀਆਂ ਕਹਿ ਸਕਦੇ ਹਾਂ ਅਸੀਂ, ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਇਸ ਰਚਨਾ ਦੇ ਵਿੱਚ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਜੀ, ਧੰਨਵਾਦ ਸਰ। ਲਾਸਟ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਪਲੀਜ਼ 2 ਲਾਈਨ। ਜੀ, ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਆਪਣੀ ਕਿਤਾਬ ਦੇ ਬਾਰੇ, ਜੋ ਕਿ ਮੇਰੀ ਕਿਤਾਬ ਹੈ ਅੱਖਰਾਂ ਦੀ ਡਾਰ, ਸੰਗਮ ਪਬਲੀਕੇਸ਼ਨ ਵੱਲੋਂ ਜਿਹੜੀ ਇਹ ਸਪਾਂਸਰ ਹੋਈ ਸੀਗੀ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸੰਗਮ ਪਬਲੀਕੇਸ਼ਨ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਉਸ ਤੋਂ ਇਲਾਵਾ ਬਾਈ ਜਸਪ੍ਰੀਤ ਜਗਰਾਉਂ ਜੀ ਔਰ ਸਤਪਾਲ ਭਿੱਖੀ ਸਰ, ਇਹਨਾਂ ਦਾ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਸਿਰੇ ਚਾੜ੍ਹਨ ਦੇ ਵਿੱਚ ਆਪਣਾ ਯੋਗਦਾਨ ਦਿੱਤਾ।
ਉਸ ਤੋਂ ਇਲਾਵਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਬਾਈ ਰਜਿੰਦਰ ਜੱਸਲ ਜੀ ਔਰ ਸਾਡੇ ਪੰਜਾਬੀ ਦੇ ਵਿਸ਼ੇਸ਼ ਸ਼ਾਇਰ ਆ ਜਿਹੜੇ ਆਪਣਾ ਵਿਜੇ ਵਿਵੇਕ ਜੀ, ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਮੈਨੂੰ ਇਸ ਕਿਤਾਬ ਦੇ ਵਿੱਚ। ਮੁੱਖ ਬੰਦ ਵਿਜੇ ਵਿਵੇਕ ਜੀ ਦਾ ਲਿਖਿਆ ਹੋਇਆ, ਔਰ ਨਾਲ ਮੈਂ ਧੰਨਵਾਦ ਡਾਕਟਰ ਸ਼ੈਫੀ ਜੀ ਦਾ, ਦਵਿੰਦਰ ਸ਼ੈਫੀ ਜੀ, ਉਹਨਾਂ ਦਾ ਵੀ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਵੀ 2-4 ਸ਼ਬਦ ਕਿਤਾਬ ਬਾਰੇ ਲਿਖੇ ਹੋਏ ਨੇ। ਔਰ ਬਾਕੀ ਵੀ ਜਿੰਨੇ ਸਾਥੀ ਹੈਗੇ ਜਿਨ੍ਹਾਂ ਨੇ ਇਸ ਕਿਤਾਬ ਨੂੰ ਸਿਰੇ ਚਾੜ੍ਹਨ ਦੇ ਵਿੱਚ ਮੇਰਾ ਸਹਿਯੋਗ ਦਿੱਤਾ, ਯੋਗਦਾਨ ਦਿੱਤਾ, ਤੋ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਇਸ ਕਿਤਾਬ ਨੂੰ ਸਿਰੇ ਚਾੜ੍ਹਨ ਦੇ ਵਿੱਚ। ਔਰ ਵਿਸ਼ੇਸ਼ ਤੌਰ 'ਤੇ ਮੈਂ ਆਪਣੇ ਮਾਤਾ ਕੁਲਵੰਤ ਕੌਰ ਜੀ ਅਤੇ ਆਪਣੇ ਪਿਤਾ ਸਰਦਾਰ ਗੁਰਬਖਸ਼ ਸਿੰਘ ਜੀ, ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਉਹ ਸਮਾਂ ਦਿੰਦੇ ਆ, ਜੋ ਮੈਨੂੰ ਆਪਣੇ ਕੰਮ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਉਹ ਮੇਰਾ ਪੂਰਾ ਸਹਿਯੋਗ ਕਰਦੇ ਆ। ਔਰ ਉਹਨਾਂ ਦਾ ਮੈਂ ਦਿਲੋਂ ਧੰਨਵਾਦੀ ਵੀ ਹਾਂ। ਹਾਲਾਂਕਿ ਆਪਾਂ ਆਪਣੇ ਮਾਤਾ ਪਿਤਾ ਦਾ ਦੇਣ ਤਾਂ ਕਦੇ ਵੀ ਦੇ ਨਹੀਂ ਸਕਦੇ, ਪਰ ਮੈਂ ਇਸ ਇੰਟਰਵਿਊ ਦੇ ਵਿੱਚ ਜ਼ਰੂਰੀ ਸਮਝਦਾ ਵੀ ਉਹਨਾਂ ਦਾ ਜਿਹੜਾ ਜ਼ਿਕਰ ਜਾਂ ਉਹਨਾਂ ਦਾ ਜੋ ਸਹਿਯੋਗ ਮੈਨੂੰ ਬਣਦਾ ਕਿ ਮੈਂ ਉਹਨਾਂ ਦਾ ਧੰਨਵਾਦੀ ਵਿਸ਼ੇਸ਼ ਤੌਰ 'ਤੇ ਹਾਂ ਜੀ। ਮੱਤਾ ਜੀ, ਤੁਸੀਂ ਸਾਨੂੰ ਟਾਈਮ ਦਿੱਤਾ, ਆਪਣਾ ਵਡਮੁੱਲਾ ਟਾਈਮ ਦਿੱਤਾ ਸਾਡੇ ਪ੍ਰੋਗਰਾਮ ਲਈ ਅਤੇ ਇੱਕ ਮੁਲਾਕਾਤ ਦੇ ਵਿੱਚ, ਅਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਸਰ। ਥੈਂਕ ਯੂ ਵੈਰੀ ਮੱਚ ਜੀ। ਮੈਂ ਵੀ ਬਹੁਤ ਧੰਨਵਾਦ ਕਰਦਾ ਤੁਹਾਡਾ ਇੱਕ ਵਾਰ ਫਿਰ, ਬੇਅੰਤ ਜੀ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਅਤੇ ਸੀ ਪੰਜਾਬ ਚੈਨਲ ਦਾ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ।